ਦੋ ਕੁ ਦਿਨ ਪਹਿਲਾਂ ਇੱਕ ਟੈਲੀਫੋਨ ਆਇਆ ਸੀ, ਜਿਨ੍ਹਾਂ ਨੇ ਆਪਣਾ ਨਾਮ ਬਲਵੀਰ ਸਿੰਘ ਦੱਸਿਆ। ਕੈਲੀਫੋਰਨੀਆ ਤੋਂ ਬੋਲ ਰਿਹਾ ਹਾਂ, ਗੱਲ ਕਰਨੀ ਚਾਹੁੰਦਾ ਹਾਂ। ਮੈਂ ਕਿਹਾ ਠੀਕ ਹੈ, ਕਰੋ ਜੀ। ਉਹਨਾਂ ਨੇ ਦੱਸਿਆ ਸੀ ਅਸੀਂ ਰਿਕਾਰਡਿੰਗ ਸੁਣੀ ਹੈ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬਾਰੇ ਦੱਸਿਆ, ਫਿਰ ਆਪਣੀ ਵਿਚਾਰਧਾਰਾ ਦੀ ਉਹ ਗੱਲ ਕਰਨ ਲੱਗ ਪਈ। ਫਿਰ ਉਹ ਗੱਲ ਕਰਦੇ ਹੀ ਰਹੇ ਕਾਫੀ ਸਮੇਂ ਤੱਕ। ਮੇਰੀ ਆਦਤ ਹੈ, ਮੈਂ ਵਿਚਾਲਿਓਂ ਬੋਲਦਾ ਵੀ ਨਹੀਂ, ਵੀ ਠੀਕ ਹੈ ਅਗਲਾ ਕਰਦਾ ਹੈ ਤੇ ਕਰਨ ਦਿਓ। ਜਦੋਂ ਕਾਫੀ ਸਮਾਂ ਉਹ ਗੱਲ ਕਰਦੇ ਹੀ ਰਹੇ ਤੇ ਮੈਂ ਉਹਨਾਂ ਨੂੰ ਵਿਚਾਲਿਓਂ ਰੋਕਿਆ ਤੇ ਕਿਹਾ ਵੀ ਮੇਰੀ ਗੱਲ ਤੇ ਇੱਕ ਪੰਕਤੀ ਦੇ ਵਿੱਚ ਹੀ ਨਿਬੜ ਜਾਂਦੀ ਹੈ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਤੇ ਇੱਧਰ ਲਾਉਣਾ। ਸੰਸਾਰ ਵੱਲੋਂ ਪੱਟਣਾ, ਝੂਠ ਵੱਲੋਂ ਪੱਟਣਾ ਤੇ ਸੱਚ ਵੱਲ ਲਾਉਣਾ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ, ਉਹ ਸਭਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਤੇ ਟੈਲੀਫੋਨ ਕੱਟ ਦਿੱਤਾ। ਉਹਨਾਂ ਨੇ ਦੁਬਾਰਾ ਕੀਤਾ, ਮੈਂ ਫਿਰ ਕੱਟ ਦਿੱਤਾ, ਔਫ ਕਰ ਦਿੱਤਾ। ਉਹਨਾਂ ਨੇ ਕੋਸ਼ਿਸ਼ ਕੀਤੀ, ਨਾ ਮਿਲਿਆ ਤੇ ਫਿਰ ਉਹਨਾਂ ਨੇ ਰਿਕਾਰਡਿੰਗ ਕਰਕੇ ਭੇਜ ਦਿੱਤੀ। ਤੇ ਮੈਂ ਵੀ ਇੱਧਰੋਂ ਰਿਕਾਰਡਿੰਗਾਂ ਭੇਜ ਦਿੱਤੀਆਂ, ਪਾ ਦਿੱਤੀਆਂ। ਤਾਂ ਉਹਨਾਂ ਨੇ ਫਿਰ ਅੱਜ ਰਿਕਾਰਡਿੰਗ ਕਰਕੇ ਭੇਜੀ ਹੈ। ਤੇ ਪਿੱਛੇ ਇਹ ਵੀ ਲਿਖਿਆ ਹੋਇਆ ਹੈ ਉੱਪਰ ਵੀ ਗੁਰਮੁਖ ਪਿਆਰੇ ਟੈਲੀਫੋਨ ਨਹੀਂ ਕੱਟਦੇ ਹਨ, ਵਿਚਾਰ ਕਰਦੇ ਹਨ। ਨਹੀਂ, ਇਹ ਮੇਰੀ ਗੱਲ ਜੋ ਹੈ ਨਾ, ਇਹ ਵਿਚਾਰ ਦੁਆਰਾ ਸਮਝ ਵਿੱਚ ਆਉਣ ਵਾਲੀ ਨਹੀਂ ਹੈ, ਕਿਉਂਕਿ ਮੇਰੀ ਕੋਈ ਵਿਚਾਰਧਾਰਾ ਨਹੀਂ। ਇਸ ਕਾਰਨ ਇਹ ਸਮਝ ਵਿੱਚ ਨਹੀਂ ਆਉਂਦੀ। ਜਿਹੜੀ ਗੱਲ ਦੀ ਵਿਚਾਰਧਾਰਾ ਹੋਵੇ, ਪਿੱਛੇ ਕੋਈ ਧਾਰਾ ਚੱਲ ਰਹੀ ਹੋਵੇ, ਉਹ ਗੱਲ ਸੁਖਾਲੀ ਹੈ ਸਮਝਣ। ਜਿਹੜੀ ਗੱਲ ਨਵੀਂ ਹੋਵੇ ਉਹ ਸਮਝ ਵਿੱਚ ਨਹੀਂ ਆਉਂਦੀ, ਉਹਨੂੰ ਸਮਝਣ ਵਿੱਚ ਸਦੀਆਂ ਲੱਗ ਜਾਂਦੀਆਂ। ਤੇ ਤੁਸੀਂ ਜੋ ਗੱਲ ਕਰ ਰਹੇ ਹੋ ਆਪਣੀ ਵਿਚਾਰਧਾਰਾ ਦੀ, ਫਿਰ ਜਿਹੜੀ ਵੀ ਵਿਚਾਰਧਾਰਾ ਆਦਮੀ ਦੀ ਹੁੰਦੀ ਹੈ, ਵੈਸੇ ਹੀ ਉਹ ਪ੍ਰਮਾਣ ਲੈ ਲੈਂਦਾ ਹੈ ਸਤਿਪੁਰਖਾਂ ਦੀ ਬਾਣੀ ਵਿੱਚੋਂ। ਜੈਸੇ ਵੀ ਸੰਪਰਦਾਇਕ ਵਿਚਾਰਧਾਰਾ ਹੁੰਦੀ, ਭਾਵੇਂ ਉਹ ਬਿਆਸਾ ਵਾਲਿਆਂ ਦੀ ਹੋਵੇ, ਨਿਰੰਕਾਰੀਆਂ ਦੀ ਹੋਵੇ, ਹੋਰ ਕਿੰਨੀਆਂ ਹਨ ਸੰਪਰਦਾਵਾਂ ਸਿੱਖਾਂ ਦੇ ਵਿੱਚ। ਸਿੱਖ ਆਪਣੇ ਗੁਰੂਆਂ ਦੀ ਬਾਣੀ ਦੇ ਵਿੱਚੋਂ ਉਸ ਵਿਚਾਰਧਾਰਾ ਨੂੰ ਸਿੱਧ ਕਰ ਲੈਂਦੇ ਹਨ, ਭਾਵੇਂ ਉਹ ਨਿਹੰਗ ਸਿੰਘ ਵੀ ਹੋਣ, ਕੋਈ ਵੀ ਹੈ। ਤੋ ਜਦੋਂ ਬਾਣੀ ਦੇ ਉਪਦੇਸ਼ ਦੁਆਰਾ ਆਪਣੀ ਵਿਚਾਰਧਾਰਾ ਸਿੱਧ ਕਰਦੇ ਹਨ, ਲੋਕ ਵੀ ਮੰਨਦੇ ਹਨ ਵੀ ਠੀਕ ਹੀ ਕਿਹਾ, ਪੁਰਾਣਿਆਂ ਨੇ ਵੀ ਇਹੋ ਕਿਹਾ। ਤੇ ਹਿੰਦੂ ਵੇਦ ਸ਼ਾਸਤਰਾਂ ਦੁਆਰਾ ਆਪਣੀ ਵਿਚਾਰਧਾਰਾ ਸਿੱਧ ਕਰ ਲੈਂਦੇ ਹਨ ਹਿੰਦੂ ਸਾਧੂ ਮਹਾਤਮਾ। ਤੇ ਜਿਹੜੀ ਵੀ ਸੰਪਰਦਾਇ ਦੇ ਵਿੱਚ ਹੈ ਕੋਈ, ਤੋ ਕੋਈ ਨਾ ਕੋਈ ਵਿਚਾਰਧਾਰਾ ਲੈ ਕੇ ਚੱਲਦਾ ਹੈ। ਤੇ ਇਹ ਆਪਣੀ ਵਿਚਾਰਧਾਰਾ ਦੀ ਗੱਲ ਕਰ ਰਹੇ ਹਨ ਵੀ ਪਰਮਾਤਮਾ ਨੂੰ ਜਪ ਜਪ ਕੇ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ ਹੈ। ਕਹਿ ਰਹੇ ਹਨ ਵੀ ਜਿਵੇਂ ਆਪਾਂ ਕਿਸੇ ਨੂੰ ਪ੍ਰੇਮ ਕਰਦੇ ਹਾਂ, ਕਿਸੇ ਨੂੰ ਪਿਆਰ ਦੇ ਨਾਲ ਬੁਲਾਉਂਦੇ ਹਾਂ ਤੇ ਅਗਲਾ ਵੀ ਪ੍ਰੇਮ ਕਰਦਾ ਹੈ, ਇੱਦਾਂ ਪਰਮਾਤਮਾ ਵੀ ਪ੍ਰੇਮ ਕਰੇਗਾ ਤੁਹਾਡੇ ਨਾਲ। ਨਹੀਂ, ਬਾਹਰ ਤੇ ਤੁਸੀਂ ਕਿਸੇ ਦੀ ਖੁਸ਼ਾਮਦ ਕਰਦੇ ਹੋ, ਅਗਲਾ ਖੁਸ਼ ਹੋ ਜਾਂਦਾ ਹੈ।
ਪਰ ਪਰਮਾਤਮਾ ਝੂਠੀ ਖੁਸ਼ਾਮਦ 'ਤੇ ਨਹੀਂ ਨਾ ਖੁਸ਼ ਹੁੰਦਾ। ਪਰਮਾਤਮਾ ਸੰਸਾਰੀ ਨਹੀਂ ਹੈ ਨਾ। ਸੰਸਾਰੀ ਬਾਹਰੋਂ ਤੁਸੀਂ ਖੁਸ਼ਾਮਦ ਕਰੋ, ਬਾਹਰੋਂ ਸਹਿਯੋਗ ਦਿਓ ਤੇ ਖੁਸ਼ ਹੋ ਜਾਂਦਾ। ਤੇ ਪਰਮਾਤਮਾ ਦਾ ਚਿੰਤਨ ਬਾਹਰੋਂ ਨਹੀਂ ਹੁੰਦਾ ਹੈ, ਮੁੱਖ ਦੁਆਰਾ। ਮੁੱਖ ਦੁਆਰਾ ਲੋਕਾਂ ਨੂੰ ਖੁਸ਼ ਕੀਤਾ ਜਾ ਸਕਦਾ। ਤੁਸੀਂ ਹੱਸੋ, ਤਾਰੀਫ ਕਰੋ ਅਗਲੇ ਦੀ, ਵਡਿਆਈ ਕਰੋ, ਖੁਸ਼ ਹੋ ਜਾਂਦਾ। ਪਰਮਾਤਮਾ ਬਾਹਰੋਂ ਮੁੱਖ ਦੁਆਰਾ ਨਹੀਂ, ਅੰਦਰੋਂ ਪਰਮਾਤਮਾ ਦਾ ਚਿੰਤਨ ਹੋਵੇਗਾ। ਫਿਰ ਦੂਸਰੀ ਗੱਲ ਇਹ ਹੈ ਵੀ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਹੁੰਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ। ਸੰਸਾਰ ਵੱਲ ਵੈਰਾਗ ਹੋਵੇਗਾ ਤਾਂ ਪਰਮਾਤਮਾ ਨਾਲ ਪ੍ਰੇਮ ਹੋਵੇਗਾ। ਸੰਸਾਰ ਵੱਲੋਂ ਵੈਰਾਗ ਹੋਵੇਗਾ ਤਾਂ ਪਰਮਾਤਮਾ ਨਾਲ ਰਾਗ ਹੋਵੇਗਾ, ਕਹਿ ਲਓ, ਲਗਾਵ ਹੋਵੇਗਾ, ਪਿਆਰ ਹੋਵੇਗਾ। ਤੇ ਫਿਰ ਜਦੋਂ ਅਭੇਦਤਾ ਹੋ ਗਈ ਫਿਰ ਵੀਤਰਾਗੀ ਹੋ ਜਾਵੇਗਾ, ਫਿਰ ਰਾਗ ਤੋਂ ਵੀ ਪਾਰ ਚਲੇ। ਤੇ ਸੰਸਾਰ ਵੱਲ ਵੈਰਾਗ ਹੋਵੇਗਾ ਪਹਿਲਾਂ। ਇਸੇ ਕਾਰਨ ਹੀ ਸਤਿਪੁਰਖ ਪਹਿਲਾਂ ਜਗਿਆਸੂ ਨੂੰ ਸੰਸਾਰ ਅਸਤ ਹੈ, ਝੂਠ ਹੈ, ਮਿਥਿਆ ਹੈ, ਵਾਰ-ਵਾਰ ਕਹਿੰਦੇ ਵੀ ਇਹਨਾਂ ਨਾਲ ਪ੍ਰੀਤ ਨਾ ਲਾਓ, ਤਾਂ ਕਿ ਵੈਰਾਗ ਹੋਵੇ ਸੰਸਾਰ ਵੱਲ। ਤਾਂ ਹੀ ਪ੍ਰੀਤ ਹੋਵੇਗੀ ਨਾ ਪਰਮਾਤਮਾ ਨਾਲ। ਨਾਮ ਜਪ ਜਪ ਕੇ ਨਹੀਂ ਹੋਵੇਗੀ। ਨਾਮ ਤੇ ਸੰਸਾਰ ਦੇ ਚੱਲ ਰਹੇ ਹਨ, ਵਿਚਾਰਧਾਰਾ ਸੰਸਾਰ ਦੀ ਚੱਲ ਰਹੀ ਹੈ, ਉਹਦੇ ਵਿੱਚ ਇਹ ਪਰਮਾਤਮਾ ਦੀ ਚਲਾ ਦੋਗੇ ਤੁਸੀਂ। ਸੰਸਾਰ ਨਾਲੋਂ ਵੈਰਾਗ, ਜਿਵੇਂ ਕਿਹਾ ਹੈ ਨਾ, ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਦਵਾ ਹੈ, ਇੱਦਾਂ ਹੀ ਵੈਰਾਗ। ਜਿਵੇਂ ਕਿਹਾ ਜਾਂਦਾ ਹੈ ਨਾ, ਹੋਰ ਸਭੇ ਢਾਈਆਂ ਢੇਰੀਆਂ, ਇੱਕ ਤੱਕਿਆ ਆਸਰਾ ਤੇਰਾ। ਜਦੋਂ ਸਾਰੀਆਂ ਹੀ ਢੇਰੀਆਂ ਢਾਹ ਦਿੱਤੀਆਂ, ਸੰਸਾਰ 'ਚ ਆਪਣਾ ਕੋਈ ਨਹੀਂ ਰਿਹਾ ਹੈ। ਦੇਖ ਲਿਆ ਸੰਸਾਰ ਆਪਣਾ ਇੱਥੇ ਕੋਈ ਨਹੀਂ। ਹਮਾਰਾ ਕੋ ਨਾ ਹੀ ਹਮ ਕਿਸ ਹੋ ਕੇ ਨਾ। ਫਿਰ ਜਿਨੇ ਰਚਨ ਰਚਾਇਆ ਤਿਸੀ ਮਾਇਸ। ਫਿਰ ਉੱਧਰ ਜਾਂਦਾ ਹੈ ਪਰਮਾਤਮਾ। ਫਿਰ ਪਰਮਾਤਮਾ ਦੀ ਯਾਦ ਆਉਂਦੀ ਹੈ। ਹੁਣ ਤੁਸੀਂ ਨਾਮ ਲਓਗੇ ਤੇ ਜ਼ਬਰਦਸਤੀ ਯਾਦ ਕਰੋਗੇ, ਆਏਗੀ ਥੋੜ੍ਹੀ। ਪ੍ਰੇਮ ਕੋਈ ਜ਼ਬਰਦਸਤੀ ਥੋੜ੍ਹੀ ਹੁੰਦਾ ਹੈ। ਹੁਣ ਤੁਸੀਂ ਇਉਂ ਸੋਚੋ ਵੀ ਇੱਧਰ ਬਾਹਰ ਵੀ ਕਿਸੇ ਨਾਲ ਪ੍ਰੇਮ ਕਰਨਾ ਹੋਵੇ, ਕਿਸੇ ਦਾ ਨਾਮ ਰੱਟੀ ਜਾਓ ਤੁਸੀਂ, ਪ੍ਰੇਮ ਹੋ ਥੋੜ੍ਹੀ ਜਾਵੇਗਾ। ਪ੍ਰੇਮ ਤੇ ਸੁਭਾਵਿਕ ਹੀ ਹੋਵੇਗਾ ਨਾ, ਸਹਿਜ ਹੋਵੇਗਾ। ਅਤੇ ਇੱਦਾਂ ਹੀ ਪਰਮਾਤਮਾ ਦੇ ਨਾਲ ਪ੍ਰੇਮ ਜਿਹੜਾ ਹੈ ਉਹ ਸੰਸਾਰ ਦਾ ਵਿੱਚੋਂ ਵੈਰਾਗ ਦਾ ਫਲ ਹੈ, ਕਹਿ ਲਓ। ਇਸੇ ਕਾਰਨ ਹੀ ਕਿਹਾ ਜਾਂਦਾ ਹੈ ਮੌਤ ਨੂੰ ਯਾਦ ਰੱਖੋ, ਮਿਰਤ ਮੰਡਲ ਹੈ ਸੰਸਾਰ। ਜਗ ਰਚਨਾ ਸਭ ਝੂਠ ਹੈ। ਅਤੇ ਜਦੋਂ ਸੰਸਾਰ ਵੱਲੋਂ ਵੈਰਾਗ ਹੋ ਗਿਆ, ਦੇਖ ਪਿਆ ਵੀ ਇਹ ਮਰਨ ਵਾਲਾ ਹੈ, ਮਰ ਰਿਹਾ ਹੈ, ਮਰ ਰਹੇ ਹਨ ਲੋਕ, ਆਪਣਾ ਕੋਈ ਨਹੀਂ ਹੈ, ਛੱਡ ਛੱਡ ਕੇ ਜਾ ਰਹੇ, ਅਤੇ ਵਿਅਰਥ ਲੱਗਣ ਲੱਗ ਪਿਆ। ਅਤੇ ਫਿਰ ਪਰਮਾਤਮਾ ਵੱਲ ਉਨਮੁਖ ਹੁੰਦਾ ਹੈ ਆਦਮੀ, ਫਿਰ ਯਾਦ ਆਉਂਦੀ ਹੈ ਉਹਦੀ। ਇਸ ਕਰਕੇ ਦੁੱਖ ਦੀ ਘੜੀ 'ਚ, ਕਸ਼ਟ ਦੀ ਘੜੀ 'ਚ, ਜਿਵੇਂ ਕਹਿੰਦੇ ਹਨ ਵੀ ਹਾਥੀ ਨੂੰ ਪਰਮਾਤਮਾ ਦੀ ਯਾਦ ਆਈ। ਇੱਕ ਪ੍ਰਤੀਕ ਹੈ ਉਹ ਬੜਾ ਪਿਆਰਾ। ਗੱਜ ਗਰਾਹ ਤੇ ਛੂਟਾ ਮਹਿਮਾ ਰਾਮ ਕਹਾਂ ਲਉ ਵਰਣੋ। ਕਹਿੰਦੇ ਆ ਕਿੱਥੋਂ ਤੱਕ ਵਰਣਨ ਕਰਨਾ ਉਹਦੇ ਪਿਆਰੇ ਦੀ ਮਹਿਮਾ। ਵੀ ਹਾਥੀ ਛੁੱਟ ਗਿਆ,
ਫਿਰ ਹਾਥੀ ਨੇ ਯਾਦ ਕਿਵੇਂ ਕੀਤਾ? ਉਦੋਂ ਕੀਤਾ ਨਾ ਜਦੋਂ ਉਹ ਫੜਿਆ ਗਿਆ ਪਿੱਛੇ, ਤੇਂਦੂਏ ਨੇ ਫੜ ਲਿਆ, ਪਿੱਛੇ ਨੂੰ ਖਿੱਚ ਰਿਹਾ ਹੈ। ਅਤੇ ਜਦੋਂ ਉਹਦੇ ਕੋਲ ਕੋਈ ਵੀ ਸਹਾਰਾ ਨਾ ਰਹਿ ਗਿਆ, ਦੂਸਰੇ ਹਾਥੀ ਵੀ ਸਾਥ ਛੱਡ ਗਏ। ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਹੋਵੇਗੀ, ਨਹੀਂ ਨਿਕਲਿਆ, ਉਹ ਵੀ ਛੱਡ ਗਏ। ਜਦੋਂ ਕੋਈ ਵੀ ਸਹਾਰਾ ਨਹੀਂ ਰਹਿ ਗਿਆ ਹਾਥੀ ਕੋਲ, ਫਿਰ ਉਹਨੇ ਪੁਕਾਰਿਆ ਪਰਮਾਤਮਾ ਨੂੰ, ਤੂੰ ਹੀ ਸਹਾਰਾ ਹੈ, ਤੂੰ ਬਚਾ ਲਾ। ਫਿਰ ਉਹਦੇ ਹਿਰਦੇ 'ਚ ਰੋਏ ਰੋਏ 'ਚੋਂ ਆਵਾਜ਼ ਪੁਕਾਰ ਉੱਠੀ ਹੋਵੇਗੀ। ਅਤੇ ਜਦੋਂ ਸਾਰੇ ਸਹਾਰੇ ਛੁੱਟ ਜਾਂਦੇ ਹਨ ਤਾਂ ਮੌਤ ਦਾ ਹੀ ਮੰਜ਼ਰ ਦੇਖਦਾ ਹੈ, ਉਦੋਂ ਪ੍ਰਭੂ ਯਾਦ ਆਉਂਦਾ ਹੈ। ਇਸ ਕਰਕੇ ਸੰਸਾਰ ਵੱਲੋਂ ਵੈਰਾਗ ਅਤੇ ਪਰਮ ਪੁਰਖ ਜਿਹੜੇ ਹਨ ਨਾ, ਉਹ ਪਹਿਲਾਂ ਇਹ ਗੱਲ ਕਹਿੰਦੇ ਹਨ, ਵਾਰ-ਵਾਰ ਕਹਿੰਦੇ ਹਨ। ਇਸੇ ਕਾਰਨ ਗੌਤਮ ਬੁੱਧ ਨੇ ਸੰਸਾਰ ਨੂੰ ਦੁੱਖ ਰੂਪ ਕਿਹਾ ਹੈ। ਬਾਬੇ ਨਾਨਕ ਨੇ ਵੀ ਕਿਹਾ ਹੈ, ਨਾਨਕ ਦੁਖੀਆ ਸਭ ਸੰਸਾਰ ਦੁੱਖ ਰੂਪ ਹੈ। ਇੱਧਰੋਂ ਹਟੋ, ਇੱਧਰੋਂ ਧਿਆਨ ਹਟਾਓ। ਐਸਾ ਨਹੀਂ ਵੀ ਸੰਸਾਰ ਨੂੰ ਛੱਡ ਕੇ ਕਿਤੇ ਜਾਣਾ ਹੈ। ਛੱਡ ਕੇ ਕਿਵੇਂ ਜਾਓਗੇ? ਜਾਓਗੇ ਵੀ, ਅਗਰ ਲਗਾਵ ਹੈ ਤਾਂ ਜ਼ਿਆਦਾ ਚੇਤੇ ਆਵੇਗਾ। ਅਤੇ ਲਗਾਵ ਹੋਇਆ ਤਾਂ ਜ਼ਿਆਦਾ ਚੇਤੇ ਆਵੇਗਾ ਨਾ। ਅਤੇ ਇਸ ਕਾਰਨ ਛੱਡ ਕੇ ਵੀ ਜਾਣ ਦੀ ਲੋੜ ਨਹੀਂ ਹੈ ਕਿਤੇ। ਵਿੱਚ ਰਹਿੰਦਿਆਂ ਹੋਇਆਂ ਇਹ ਜਾਣਨਾ ਹੈ ਵੀ ਮਿਥਿਆ ਹੈ, ਅਸੱਤ ਹੈ, ਝੂਠ ਹੈ। ਅਤੇ ਪਰਮਾਤਮਾ ਦੇ ਨਾਲ ਉਦੋਂ ਪ੍ਰੇਮ ਹੁੰਦਾ ਹੈ ਜਦੋਂ ਸੰਸਾਰ ਵਿਅਰਥ ਹੋ ਜਾਂਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿੰਨਾ ਚਿਰ ਸੰਸਾਰ ਦੇ ਵਿੱਚ ਹੁਣ ਕਿਉਂ ਮੋਹ ਪਿਆਰ ਹੈ, ਲਗਾਵ ਹੈ? ਕਿਉਂਕਿ ਆਪਾਂ ਜੀਣਾ ਚਾਹੁੰਦੇ ਹਾਂ ਸੰਸਾਰ ਦੇ ਵਿੱਚ, ਜੀਵਨ ਦੀ ਚਾਹਤ ਹੈ ਨਾ, ਅਤੇ ਸੁਖਪੂਰਵਕ ਜੀਣਾ ਚਾਹੁੰਦੇ ਹਾਂ ਵਧੀਆ ਢੰਗ ਦੇ ਨਾਲ। ਅਤੇ ਜਿੱਥੋਂ ਜਿੱਥੋਂ ਆਪਾਂ ਨੂੰ ਸੁੱਖ ਮਿਲਦੇ ਹਨ, ਸੁਵਿਧਾ ਮਿਲਦੀ ਹੈ, ਉੱਥੇ ਜੁੜਦੇ ਰਹਿੰਦੇ ਹਾਂ। ਅਤੇ ਜਿੱਥੇ ਜਿੱਥੇ ਸੁੱਖ ਸੁਵਿਧਾ ਨਹੀਂ ਮਿਲਦੀ, ਉੱਥੋਂ ਤੋਂ ਟੁੱਟਦੇ ਰਹਿੰਦੇ ਹਾਂ। ਅਤੇ ਜਿੱਥੋਂ ਦੁੱਖ ਮਿਲਦਾ ਹੈ, ਉੱਥੇ ਵਿਰੋਧੀ ਵੀ ਹੋ ਜਾਂਦੇ ਹਾਂ। ਆਕਰਸ਼ਣ ਵਿਕਰਸ਼ਣ ਦਾ ਖੇਲ ਚੱਲਦਾ ਹੈ ਸੰਸਾਰ 'ਚ। ਅਤੇ ਸੰਸਾਰ ਦੇ ਨਾਲ ਜਿਹੜਾ ਆਕਰਸ਼ਣ ਹੈ ਸੁੱਖ ਕਰਕੇ। ਅਤੇ ਹੁਣ ਇਹ ਕਹਿ ਰਹੇ ਹਨ ਵੀ ਨਾਮ ਜਪ ਜਪ ਕੇ, ਸੁਣ ਸੁਣ ਕੇ ਸਾਡੇ ਮਨ ਨੂੰ ਅੰਦਰੋਂ ਸੁੱਖ ਮਿਲਦਾ ਹੈ। ਅਤੇ ਇਹਦਾ ਭਾਵ ਕੀ ਹੋਇਆ ਵੀ ਸੰਸਾਰ 'ਚ ਸੁੱਖ ਨਹੀਂ ਮਿਲਿਆ ਹੈ ਮਨ ਨੂੰ, ਹੁਣ ਇੱਧਰ ਮਿਲ ਰਿਹਾ ਹੈ ਸੁੱਖ। ਅਤੇ ਸੁੱਖ ਦੇ ਕਰਕੇ ਪਰਮਾਤਮਾ ਦਾ ਨਾਮ ਜਪ ਰਹੇ ਆ। ਚਾਹਤ ਤਾਂ ਸੁੱਖ ਦੀ ਹੈ ਨਾ, ਪ੍ਰੇਮ ਥੋੜ੍ਹੀ ਹੋਇਆ। ਅਤੇ ਜੇ ਸੁੱਖ ਨਾ ਦੇਵੇ ਪਰਮਾਤਮਾ, ਤਾਂ ਫਿਰ ਸੁੱਖ ਕਰਕੇ ਪਰਮਾਤਮਾ, ਅਤੇ ਸੁੱਖ ਵੀ ਮਨ ਨੂੰ ਮਿਲ ਰਿਹਾ ਹੈ। ਕਦੇ ਕਦੇ ਸ਼ਾਂਤ, ਕਦੇ ਕਿਸੇ ਦਾ ਹੋ ਜਾਂਦਾ ਹੈ ਧਾਰਮਿਕ ਵਿਅਕਤੀ ਦਾ, ਕਦੇ ਕਦੇ ਥੋੜ੍ਹਾ ਬਹੁਤਾ ਸਕੂਨ ਮਿਲ ਜਾਂਦਾ, ਸ਼ਾਂਤੀ ਮਿਲ ਜਾਂਦੀ, ਉਹਨੂੰ ਸੁੱਖ ਸਮਝ ਲੈਂਦਾ। ਅਤੇ ਸੰਸਾਰ ਦੇ ਵਿੱਚ ਛੁਟਕਾਰਾ ਨਹੀਂ ਹੁੰਦਾ ਹੈ। ਇਸ ਕਰਕੇ ਇਹ ਵਾਰ-ਵਾਰ ਚਿੰਤਨ ਕਰਨਾ ਪੈਂਦਾ ਹੈ। ਅਭਿਆਸ ਕਰਾਉਂਦੇ ਹਨ ਵਾਰ-ਵਾਰ ਸਿਮਰਨ ਦਾ। ਆਹ ਥੱਲੇ ਰਿਕਾਰਡਿੰਗਾਂ ਪਾਈਆਂ ਹੋਈਆਂ ਹਨ ਵਾਹਿਗੁਰੂ ਦੇ ਅਭਿਆਸ ਦੀਆਂ, ਜਪ ਕਰਾਉਂਦੇ ਹਨ। ਹੁਣ ਵਾਹਿਗੁਰੂ ਦਾ ਅਭਿਆਸ ਜਿੰਨਾ ਮਰਜ਼ੀ ਕਰੀ ਜਾਓ ਤੁਸੀਂ, ਜਿੰਨਾ ਚਿਰ ਪਿੱਛੇ ਲਗਾਵ ਹੈ ਤੁਹਾਡਾ, ਉਨਾ ਚਿਰ ਵਾਹਿਗੁਰੂ ਦੇ ਨਾਲ ਲਗਾਵ ਥੋੜ੍ਹੀ ਹੋਣਾ। ਇਹੋ ਹੀ ਤਾਂ ਮੈਂ ਕਹਿ ਰਿਹਾ ਸੀ ਉਦਣ, ਜਿੰਨੇ ਮਰਜ਼ੀ ਚੱਪੂ ਮਾਰੀ ਜਾਓ, ਜਿੰਨਾ ਚਿਰ ਪਿੱਛੋਂ ਰੱਸੀ ਨਹੀਂ ਖੋਲੋਗੇ ਬੇੜੀ ਦੀ, ਨਾਵ ਦੀ, ਉਨਾ ਚਿਰ ਬੇੜੀ ਅੱਗੇ ਥੋੜ੍ਹੀ ਤੁਰੇਗੀ। ਪਿੱਛੇ ਵਧੀ ਹੋਈ ਹੈ ਨਾ, ਸੰਸਾਰ ਨਾਲ ਤਾਂ ਵਧੇ ਹੋਈ ਹੈ, ਸੁਰਤ ਲੱਗੀ ਹੋਈ। ਮੋਹ ਪਿਆਰ ਉੱਦਾਂ ਹੀ ਹੈ। ਮੋਹ ਪਿਆਰ ਛੱਡਣ ਵਾਸਤੇ ਕੋਈ ਨਹੀਂ ਕਹਿ ਰਿਹਾ ਹੈ, ਤੁਸੀਂ ਵੀ ਨਹੀਂ ਕਹਿ ਰਹੇ ਹੋ।
ਤੇ ਨਾਮ ਜਪਣ ਵਾਸਤੇ ਸਾਰੇ ਕਹਿ ਰਹੇ ਹਨ, ਧਿਆਨ ਲਾਉਣ ਵਾਸਤੇ ਕਹਿ ਰਹੇ ਹਨ, ਸਿਮਰਨ ਕਰਨ ਵਾਸਤੇ ਕਹਿ ਰਹੇ ਹਨ, ਨਾਮ ਨੂੰ ਸੁਣਨ ਵਾਸਤੇ ਕਹਿ ਰਹੇ ਹਨ, ਧੁਨ ਨੂੰ ਸੁਣਨ ਵਾਸਤੇ ਕਹਿ ਰਹੇ, ਤੇ ਲੋਕ ਕਰ ਰਹੇ ਹਨ। ਪਰ ਜਿੰਨਾ ਚਿਰ ਸੰਸਾਰ ਦਾ ਲਗਾਵ ਹੈ ਤੇ ਉਹਨਾਂ ਚਿਰ ਫਿਰ ਜਿੰਨੇ ਮਰਜ਼ੀ ਚੱਪੂ ਮਾਰੋ, ਜ਼ੋਰ ਜ਼ੋਰ ਦੀ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਕਹੀ ਜਾਓ, ਅੱਗੇ ਥੋੜ੍ਹੀ ਤੁਰੇਗੀ। ਨਾ ਪਿੱਛੇ ਬੰਦੀ ਹੋਈ ਨਾ ਝੂਠ ਨਾਲ, ਅਸੱਤ ਨਾਲ। ਅਸੱਤ ਨਾਲੋਂ ਮੈਂ ਕਹਿੰਦਾ ਖੋਲ੍ਹੋ। ਮੇਰੀ ਗੱਲ ਉਲਟੀ ਹੈ, ਇਸ ਕਰਕੇ ਬਹੁਤਿਆਂ ਨੂੰ ਸਮਝ ਵਿੱਚ ਨਹੀਂ ਆਉਂਦੀ। ਮੈਂ ਕਹਿੰਦਾ ਵੀ ਅਸੱਤ ਨਾਲੋਂ ਡੋਰੀਆਂ ਰੱਸੀਆਂ ਢਿੱਲੀਆਂ ਕਰੋ। ਪੁਰਾਣੇ ਸਮੇਂ 'ਚ ਐਸਾ ਕਹਿਣ ਦੀ ਲੋੜ ਘੱਟ ਹੁੰਦੀ ਸੀ, ਕਿਉਂਕਿ ਇੰਨੇ ਪਦਾਰਥ ਨਹੀਂ ਸੀ, ਇੰਨੀਆਂ ਵਾਸ਼ਨਾਵਾਂ ਨਹੀਂ ਸਨ, ਇੰਨੀਆਂ ਚਾਹਤਾਂ ਨਹੀਂ ਸਨ। ਉਸ ਸਮੇਂ ਘੱਟ ਲੋੜ ਸੀ, ਸਹਿਜ ਹੀ ਨਾਮ ਦੁਆਰਾ ਟਿਕ ਜਾਂਦਾ ਸੀ ਮਨ। ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਹੈ ਸੰਸਾਰ ਦਾ ਪ੍ਰਭਾਵ, ਕਿਉਂਕਿ ਮਸ਼ੀਨਰੀ ਯੁੱਗ, ਪਦਾਰਥਵਾਦ ਕਿੰਨੇ ਵੱਧ ਗਏ ਹਨ। ਮਾਇਆ ਦੇ ਨਵੇਂ ਨਵੇਂ ਰੂਪ ਸਾਹਮਣੇ ਆ ਰਹੇ ਹਨ ਅਤੇ ਰੂਪਾਂ ਦੇ ਵਿੱਚ ਆਦਮੀ ਫਸ ਰਿਹਾ ਹੈ। ਅਤੇ ਇਸ ਕਰਕੇ ਕਿਹਾ ਜਾਂਦਾ ਹੈ ਵੀ ਇਹ ਜਿਹੜੇ ਰੂਪ ਹਨ ਨਾ, ਇਹ ਝੂਠੇ ਹਨ। ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ, ਇਹ ਉੱਪਰੋਂ ਲੱਗਦੇ ਹਨ ਬੜੇ ਪਿਆਰੇ, ਪਰ ਅੰਦਰੋਂ ਜ਼ਹਿਰ ਹਨ। ਅਤੇ ਰੂਪਾਂ ਦੇ ਨਾਲ ਨਾ ਜੁੜੋ। ਰੂਪ ਝੂਠੇ ਹਨ, ਅਸੱਤ ਹਨ। ਬਾਲੂ ਕੀ ਭੀਤ ਬਣਾਈ ਰਜਪਤ ਰਹਿਤ ਨਹੀਂ ਜਿਨ ਚਾਹੇ, ਤੈਸੇ ਹੀ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਇਹ ਵਾਸਤਵਿਕ ਨਹੀਂ। ਜਦੋਂ ਇੱਧਰੋਂ ਵੈਰਾਗ ਹੋ ਜਾਵੇਗਾ ਨਾ, ਸਮਝ ਵਿੱਚ ਆ ਜਾਵੇਗਾ ਕੁਛ ਵੀ ਨਹੀਂ ਹੈ, ਸਭ ਝੂਠ ਹੈ ਸਭ। ਫਿਰ ਸਹਿਜ ਹੀ ਉਹਦੇ ਨਾਲ ਪ੍ਰੇਮ ਹੋਵੇ।